दैनिक सवेरा देख रहे हो ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ। ਦੇਸ਼ ਦਾ ਬਜਟ ਆ ਜਿਹੜਾ ਕਿ 2022-23 ਦਾ ਅੱਜ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਜਿਹੜਾ ਕਿ ਪੇਸ਼ ਕੀਤਾ ਗਿਆ ਹੈ। ਗੱਲ ਜੇਕਰ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਅੱਜ ਇੰਡਸਟਰੀਅਲਿਸਟ ਦੇ ਵੱਲੋਂ ਇੱਕ ਮੀਟਿੰਗ ਜਿਹੜੀ ਕਿ ਰੱਖੀ ਗਈ ਸੀ ਪਾਰਕ ਪਲਾਜ਼ਾ ਦੇ ਵਿੱਚ। ਸਾਡੇ ਨਾਲ ਡੀਐਸ ਚਾਵਲਾ ਜੀ ਮੌਜੂਦ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਚਾਵਲਾ ਜੀ, ਕਿਵੇਂ ਦੇਖਦੇ ਹੋ ਜਿਹੜਾ ਅੱਜ 2022-23 ਦਾ ਜਿਹੜਾ ਕਿ ਬਜਟ ਹੈ ਦੇਸ਼ ਦੇ ਵਿੱਤ ਮੰਤਰੀ ਦੇ ਵੱਲੋਂ ਪੇਸ਼ ਕੀਤਾ ਗਿਆ, ਕੀ ਕਹਿਣਾ ਚਾਹੋਗੇ? देखो, इस तो पहला कि मैं खालीपन ਵੱਲ ਜਾਵਾਂ, ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਮੈਂ ਬੀਜੇਪੀ ਸਰਕਾਰ, ਸੈਂਟਰ ਗਵਰਨਮੈਂਟ ਦਾ, ਮੋਦੀ ਜੀ ਦਾ, ਖਾਸ ਕਰਕੇ ਪੀਯੂਸ਼ ਗੋਇਲ ਜੀ ਦਾ, ਜਿਨ੍ਹਾਂ ਨੂੰ ਅਸੀਂ 6 ਦਸੰਬਰ ਨੂੰ ਮਿਲੇ ਸੀਗੇ। ਦੇਸ਼ ਦੇ ਵਿੱਚ ਐਬਨੋਰਮਲ ਸਟੀਲ ਪ੍ਰਾਈਸਿਸ ਜਿਹੜੀਆਂ ਵੱਧ ਰਹੀਆਂ ਸੀਗੀਆਂ, ਉਹਦਾ ਅਸੀਂ ਕੰਸਰਨ ਦਿੱਤਾ 6 ਦਸੰਬਰ ਨੂੰ। ਉਹਨਾਂ ਨੇ ਉਸੇ ਵੇਲੇ ਸਟੀਲ ਮਿਨਿਸਟਰ ਨੂੰ ਤੇ ਸਟੀਲ ਕੰਪਨੀਜ਼ ਨੂੰ ਇਹ ਬੁਲਾ ਕੇ ਟੈਲੀਫੋਨ ਕਰਕੇ ਆਰਡਰ ਕੀਤਾ ਤੇ 9 ਦਸੰਬਰ ਦੀ ਮੀਟਿੰਗ ਸੀਗੀ ਸਾਡੀ ਦੁਬਾਰਾ ਪਾਰਲੀਮੈਂਟ ਹਾਊਸ ਦੇ ਵਿੱਚ। ਉਹਦਾ ਰਿਜ਼ਲਟ ਇਹ ਆਇਆ ਕਿ ਇਹਨਾਂ ਨੇ ਜਿਹੜੀ ਸਟੀਲ ਪ੍ਰਾਈਸਿਸ ਤੇ ਐਂਟੀ ਡੰਪਿੰਗ ਡਿਊਟੀ ਸੀਗੀ ਉਹਨੂੰ ਵੇਵ ਕਰਕੇ ਸਟੀਲ ਪ੍ਰਾਈਸਿਸ ਨੂੰ ਹੋਰ ਡਾਊਨ ਕਰਨ ਦਾ ਇੱਕ ਉਪਰਾਲਾ ਕਰਤਾ ਹੈ। ਇਹ ਚੰਗਾ ਸਟੈਪ ਹੈਗਾ। ਦੂਸਰਾ ਅੱਛਾ ਸਟੈਪ ਇਹ ਹੈਗਾ ਕਿ ਇਹਨਾਂ ਨੇ 60 ਲੱਖ ਮਕਾਨ ਬਣਾਉਣ ਵਾਸਤੇ, ਇਨਫਰਾਸਟ੍ਰਕਚਰ ਵਾਸਤੇ ਕਿਹਾ ਵਾ, ਜਿਹਦੇ ਨਾਲ ਮਨੀ ਫਲੋ ਹੋਏਗਾ ਤੇ ਇਨਫਰਾਸਟ੍ਰਕਚਰ ਡਿਵੈਲਪ ਹੋਣ ਦੇ ਨਾਲ ਨਾਲ ਸਾਡੇ ਇਕੋਨਮੀ ਵੱਲ ਬੂਸਟ ਮਿਲੇਗਾ। ਇੱਕ ਅੱਛੀ ਚੀਜ਼ ਹੋਰ ਕੀਤੀ ਹੈ ਕਿ 48,000 ਕਰੋੜ ਰੁਪਈਆ ਇਹਨਾਂ ਨੇ ਰੋਡ ਇਨਫਰਾਸਟ੍ਰਕਚਰ ਵਾਸਤੇ ਐਲੋਕੇਟ ਕੀਤਾ, 25,000 ਕਿਲੋਮੀਟਰ ਨਵਾਂ ਬਣਾਉਣ ਵਾਸਤੇ। ਇਹ ਤਾਂ ਸੀ ਪੋਜ਼ਿਟਿਵ ਲਾਈਨ। ਹੁਣ ਨੈਗੇਟਿਵਿਟੀ ਵੱਲ ਚੱਲਾਂ ਕਿ ਸਾਈਕਲ ਇੰਡਸਟਰੀ ਬਹੁਤ ਦੇਰ ਤੋਂ ਕਹਿ ਰਹੀ ਸੀਗੀ ਕਿ ਸਾਡੇ ਕੋਲ ਟੈਕਨੋਲੋਜੀ ਨਹੀਂ ਹੈਗੀ। ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਅਸੀਂ ਮੰਗ ਰਹੇ ਸੀਗੇ ਕਿ ਕੋਈ ਚਾਈਨਾ ਨੂੰ ਕੰਪੀਟ ਕਰਨਾ। ਆ ਯੂਰਪੀਅਨ ਕੰਟਰੀਜ਼ ਮੇਰੀ ਐਕਸਪੋਰਟ ਹੋ ਸਕਦੀ ਹੈ ਹਾਈ ਐਂਡ ਬਾਈਸਾਈਕਲ ਦੀ, ਨਾ ਤਾਂ ਟੈਕਨੋਲੋਜੀ ਹੈ ਨਾ ਰॉ ਮਟੀਰੀਅਲ ਹੈਗਾ। ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਦੀ ਬਾਰੇ ਇਹਨਾਂ ਨੇ ਕੋਈ ਬਿਲਕੁਲ ਸਾਇਲੈਂਟ ਹੀ ਹੋ ਗਏ ਨੇ। ਨਾ ਜੀ ਡਾਇਰੈਕਟ ਟੈਕਸ ਬਾਰੇ ਇਹਨਾਂ ਨੇ ਗੱਲ ਕੀਤੀ ਹੈ, ਕੋਈ ਡਾਇਰੈਕਟ ਟੈਕਸ ਦਾ ਬੈਨੀਫਿਟ ਨਹੀਂ ਦਿੱਤਾ। MSME ਬਾਰੇ ਜਿਹੜੀ ਇਹਨਾਂ ਨੇ ਇੱਕ ਸਕੀਮ ਦਿੱਤੀ ਹੈ ECGS ਸਕੀਮ ਦੀ, ਕਵਰ ਨੂੰ ਐਕਸਟੈਂਡ ਕੀਤਾ, ਖਾਲੀ ਕੋਈ ਬੈਨੀਫਿਟ ਡਾਇਰੈਕਟ ਨਹੀਂ ਦਿੱਤਾ। ਇਹਦਾ ਮਤਲਬ ਅੱਗੇ ਮਰੀ ਹੋਈ ਇੰਡਸਟਰੀ ਦੇ ਉੱਪਰ ਹੋਰ ਲੋਨ ਲੈ ਲਈਏ ਅਸੀਂ। ਸੋ ਇਹ ਮੈਂ ਸਮਝਣਾ ਕਿ ਬਜਟ ਨੂੰ MSME ਇੰਡਸਟਰੀ ਨੂੰ ਇਗਨੋਰ ਕੀਤਾ ਗਿਆ ਵਾ। ਸਾਈਕਲ ਇੰਡਸਟਰੀ ਦੀ ਗੱਲ ਹੀ ਨਹੀਂ ਸੁਣੀ ਗਈ। ਤੇ ਜਿਹੜੇ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਹੈ, ਐਗਰੀਕਲਚਰ ਨੂੰ ਤੁਸੀਂ ਬੂਸਟ ਦੇਣਾ ਚਾਹੁੰਦੇ ਹੋ। ਇਹਦਾ ਮਤਲਬ ਜਿੱਥੋਂ ਤੁਹਾਨੂੰ ਹਾਈ ਐਂਡ ਵੱਡੀ ਇੰਡਸਟਰੀ ਹੈਗੀ ਆ ਉਹਦਾ ਖਿਆਲ ਹੈ, ਐਗਰੀਕਲਚਰ ਦਾ ਖਿਆਲ ਹੈ। MSME ਜਿਹੜੀ ਮੈਕਸੀਮਮ ਇੰਪਲੋਇਮੈਂਟ ਦੇ ਰਹੀ ਆ ਉਹਨੂੰ ਇਗਨੋਰ ਕੀਤਾ ਗਿਆ। ਮੈਂ ਇਸ ਬਜਟ ਨੂੰ ਇੰਡਸਟਰੀ ਫਰੈਂਡਲੀ ਨਹੀਂ ਕਹਾਂਗਾ, ਖਾਸ ਕਰਕੇ ਇੰਜੀਨੀਅਰਿੰਗ ਇੰਡਸਟਰੀ ਤੇ MS ਇੰਡਸਟਰੀ ਵਾਸਤੇ। ਛੋਟੀ ਇੰਡਸਟਰੀ ਨੂੰ ਕਿਸ ਤਰ੍ਹਾਂ ਦੇ ਨੁਕਸਾਨ ਹੋਣਗੇ ਇਸ ਬਜਟ ਤੋਂ? ਛੋਟੀ ਇੰਡਸਟਰੀ ਨੂੰ ਮਿਲੇ ਹੀ ਕੁਛ ਨਹੀਂ ਜੀ। ਆਪਣੇ ਜ਼ੋਰ ਤੇ ਜਿੰਨੀ ਚੱਲ ਰਹੀ ਸੀ ਉਨੀ ਕੀ ਚੱਲੇਗੀ, ਡਾਇਰੈਕਟ ਬੈਨੀਫਿਟ ਨਹੀਂ ਦਿੱਤਾ। ਤੇ ਮੈਂ ਸਮਝਣਾ ਕਿ ਛੋਟੀ ਇੰਡਸਟਰੀ ਨੂੰ ਇਗਨੋਰ ਕੀਤਾ ਗਿਆ। ਤੁਹਾਨੂੰ ਕੀ ਉਮੀਦਾਂ ਸੀਗੀਆਂ ਇਸ ਬਜਟ ਦੇ ਵਿੱਚੋਂ, ਜਾਂ ਤੁਹਾਨੂੰ ਕੀ, ਜਿਵੇਂ ਤੁਸੀਂ ਕਹੇ ਮਿਲ ਕੇ ਵੀ ਆਏ ਅਸੀਂ ਪੀਯੂਸ਼ ਗੋਇਲ ਨੂੰ, ਕੀ ਤੁਹਾਡੀਆਂ ਮੰਗਾਂ ਸੀ ਤੇ ਉਮੀਦ ਕੀ ਸੀ ਜਿਹੜਾ ਬਜਟ ਆਊਗਾ? ਤੁਹਾਨੂੰ ਦੱਸ ਰਹੇ ਹਾਂ ਜੀ ਕਿ ਇੰਡਸਟਰੀ ਮੰਗ ਰਹੀ ਸੀ ਕਿ ਸਾਈਕਲ ਟੈਕਨੋਲੋਜੀ ਅਪਗ੍ਰੇਡ ਕਰਨ ਵਾਸਤੇ ਫੰਡਸ ਦਿਓ। ਛੋਟੀ ਇੰਡਸਟਰੀ ਨੇ ਪੈਂਡੈਮਿਕ ਦੇ ਵਿੱਚ ਮਿਨੀਮਮ ਵੇਜਿਸ ਵੀ ਦਿੱਤੀਆਂ ਨੇ, ਬਿਜਲੀ ਦੇ ਖੜੇ ਕਰਕੇ ਬਿੱਲ ਵੀ ਦਿੱਤੇ ਨੇ, ਲੇਬਰ ਨੂੰ ਪੇਮੈਂਟ ਕੀਤੀ ਹੈ। ਸਾਡੇ ਇੰਟਰਸਟ ਹੀ ਮਾਫ ਕਰ ਦਿੰਦੇ। ਹੁਣ ਪੈਂਡੈਮਿਕ ਹੋਰ ਐਕਸਟੈਂਡ ਹੋ ਕੇ ਆ ਗਿਆ ਵਾ। ਕਿਉਂ ਨਹੀਂ ਤੁਸੀਂ ਜਿਵੇਂ ਕਿਸਾਨਾਂ ਨੂੰ ਬੈਨੀਫਿਟ ਦੇ ਰਹੇ ਹੋ, ਛੋਟੀ ਇੰਡਸਟਰੀ ਦੇ ਜਿਹੜੇ ਟੈਕਸ ਨੇ ਜਾਂ ਬਿਜਲੀ ਦੇ ਚਾਰजेस ਨੇ, ਬੈਂਕਾਂ ਦੇ ਇੰਟਰਸਟ ਹੈਗੇ ਨੇ। ਪੈਂਡੈਮਿਕ ਵੇਲੇ ਫੈਕਟਰੀਆਂ ਬੰਦ ਰਹੀਆਂ ਨੇ, ਲਾਸ ਹੋ ਰਿਹਾ, ਗਵਰਨਮੈਂਟ ਖੁਦ ਮੰਨ ਰਹੀ ਹੈ। ਅੱਜ ਮੈਡਮ ਸੀਤਾਰਮਨ ਨੇ ਵੀ ਕਿਹਾ ਕਿ ਲਾਸ ਹੋ ਰਿਹਾ ਇਕੋਨਮੀ ਨੂੰ। ਤੇ ਫਿਰ ਸਾਡੇ ਕੋਲ ਹੋਰ ਐਕਸਟਰਾ ਪੈਸੇ ਕਿਉਂ ਲੈ ਰਹੇ ਹੋ ਇੰਟਰਸਟ ਦੇ ਸ਼ੇਪ ਦੇ ਵਿੱਚ? ਇੰਟਰਸਟ ਮਾਫ ਹੋਣਾ ਚਾਹੀਦਾ। ਮੈਂ ਹੁਣ ਵੀ ਕਹਾਂਗਾ ਇਹ ਬਜਟ ਪ੍ਰਪੋਜ਼ਲਸ ਨੇ, ਬਜਟ ਡਾਇਰੈਕਟ ਨਹੀਂ ਆਇਆ। ਜਿੰਨੇ ਮੇਰੇ ਪਾਰਲੀਮੈਂਟੇਰੀਅਨ ਮੇਰੀ ਗੱਲ ਸੁਣ ਰਹੇ ਨੇ, ਇਹਨੂੰ ਅਪੋਜ਼ ਕਰੋ। ਇਹਨਾਂ ਨੂੰ ਇਹ ਕਹੋ ਕਿ ਛੋਟੀ ਇੰਡਸਟਰੀ ਨੇ ਜਿੰਨਾ ਤੁਸੀਂ ਬੈਂਕਾਂ ਦੇ ਇੰਟਰਸਟ ਦਿੱਤੇ ਨੇ ਪੈਂਡੈਮਿਕ ਦੇ ਦੌਰਾਨ, ਸਾਰੇ ਮਾਫ ਕੀਤੇ ਜਾਣ। ਬਾਈਸਾਈਕਲ ਇੰਡਸਟਰੀ ਜਿਹੜੀ ਮੈਕਸੀਮਮ 10 ਲੱਖ ਬੰਦਿਆਂ ਨੂੰ ਇੰਪਲੋਇਮੈਂਟ ਦੇ ਰਹੀ ਹੈ, ਉਹਨੂੰ ਟੈਕਨੋਲੋਜੀ ਅਪਗ੍ਰੇਡੇਸ਼ਨ ਵਾਸਤੇ ਫੰਡ ਦਿਓ। ਅਸੀਂ ਕੰਮ ਕਰਾਂਗੇ, ਇੰਪਲੋਇਮੈਂਟ ਦੇਵਾਂਗੇ, ਟੈਕਸ ਵੀ ਦੇਵਾਂਗੇ। ਛੋਟੀ ਇੰਡਸਟਰੀ ਮਾਯੂਸ ਹੈ। ਛੋਟੀ ਇੰਡਸਟਰੀ ਸਿਰਫ ਜਿਹੜੀ ਸਾਈਕਲ ਦੀ ਇੰਡਸਟਰੀ ਹੈ ਉਹਨਾਂ ਨੂੰ ਹੀ ਲੋਸ ਹੋਇਆ ਕਿ ਜਾਂ ਫਿਰ ਹੋਰ ਵੀ ਜਿਹੜੀਆਂ ਛੋਟੀਆਂ ਇੰਡਸਟਰੀਆਂ ਨੇ ਉਹਨਾਂ ਨੂੰ ਵੀ ਲੋਸ ਜਾਣਾ ਪਿਆ? ਦੱਸ ਰਿਹਾ ਜੀ ਕਿ MSME ਇੰਡਸਟਰੀ ਨੂੰ ਹੀ ਪੂਰਾ ਇਹਨਾਂ ਨੇ ਸੁੱਟ ਕੇ ਰੱਖਤਾ। ਮੈਂ ਤਾਂ ਕੱਲ BBC TV ਦੇ ਉੱਪਰ ਜਦੋਂ ਬੋਲ ਰਿਹਾ ਸੀਗਾ, ਉਦੋਂ ਹੀ ਮੈਂ ਇਹ ਰਿਕੁਐਸਟ ਕੀਤੀ ਸੀ ਇਹਨਾਂ ਨੂੰ ਕਿ MSME ਦੀ ਮਿਨਿਸਟਰੀ ਦਾ ਮਤਲਬ ਹੋ ਗਿਆ ਇੱਕ ਆਦਮੀ ਜਿਹਦੀ 10 ਲੱਖ ਦੀ ਟਰਨਓਵਰ ਹੈ ਸਾਲ ਦੀ, ਇੱਕ ਪਾਸੇ 250 ਕਰੋੜ ਦੀ ਟਰਨਓਵਰ ਹੈਗਾ ਮੀਡੀਅਮ ਸਕੇਲ ਦੀ। ਇਹ ਦੋਨਾਂ ਦੀ ਸਕੀਮ ਇੱਕੋ ਹੀ ਆ। 96 ਤੋਂ 97% ਤੇ ਮੇਰੀ ਹੈਗਾ ਸੂਖਸ਼ਮ ਉਦਯੋਗ, ਜਿਹਨੂੰ ਅਸੀਂ ਮਾਈਕਰੋ ਯੂਨਿਟ ਕਹਿੰਦੇ ਆ। ਫਿਰ ਸਮਾਲ ਇੰਡਸਟਰੀ ਆਉਂਦੀ ਹੈ, ਜਿਹੜੀ ਮੀਡੀਅਮ ਹੈਗੀ ਅਪਰ ਲੈਵਲ ਦੀ, ਉਹ ਤਾਂ 1.5% ਹੈਗੀ ਆ। 1.5% ਨੂੰ ਸਾਰੇ ਬੈਂਕਾਂ ਦੇ ਲੋਨ ਦੇ ਕੇ ਸਾਰੇ ਫੰਡਸ ਤੁਸੀਂ ਉੱਥੇ ਖਤਮ ਕਰ ਦਿੰਦੇ ਹੋ। ਸੂਖਸ਼ਮ ਨੂੰ ਤੇ ਲਘੂ ਉਦਯੋਗ ਨੂੰ ਤਾਂ ਕੁਝ ਦੇ ਹੀ ਨਹੀਂ ਰਹੇ ਤੁਸੀਂ, ਛੋਟੀ ਇੰਡਸਟਰੀ ਨੂੰ ਤਾਂ ਮਾਈਕਰੋ ਇੰਡਸਟਰੀ ਨੂੰ। ਸੋ ਮੈਂ ਸਮਝਣਾ ਕਿ ਛੋਟੀ ਇੰਡਸਟਰੀ ਨੂੰ ਸੋਚਣਾ ਪਏਗਾ ਕਿ ਅਸੀਂ ਗਵਰਨਮੈਂਟ ਨੂੰ ਚਾਹੇ ਫੰਡ ਨਹੀਂ ਦੇ ਸਕਦੇ, ਇਲੈਕਸ਼ਨ ਫੰਡ ਨਹੀਂ ਦੇ ਸਕਦੇ, ਪਰ ਇੰਪਲੋਇਮੈਂਟ ਦਿੰਦੇ ਆ।
ਮਨਰੇਗਾ 'ਚ ਤੁਸੀਂ ਹਜ਼ਾਰਾਂ ਲੱਖਾਂ ਕਰੋੜ ਰੁਪਏ ਦੇ ਰਹੇ ਹੋ ਫੰਡਸ, ਅਸੀਂ ਤਾਂ ਇੰਪਲੋਇਮੈਂਟ ਦੇ ਰਹੇ ਹਾਂ, ਸਾਨੂੰ ਇਗਨੋਰ ਕੀਤਾ ਗਿਆ। ਮਾਯੂਸ ਬਹੁਤ ਹਾਂ ਅਸੀਂ ਹੈ। ਸੋ ਇਹ ਸਨ ਡੀਐਸ ਚਾਵਲਾ ਜੀ, ਜੋ ਏਸ਼ੀਆ ਦੀ ਸਭ ਤੋਂ ਲਾਰਜੈਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ, ਯੂਨਾਈਟਿਡ ਸਾਈਕਲ ਪਾਰਟਸ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਨੇ ਡੀਐਸ ਚਾਵਲਾ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਛੋਟੀ ਇੰਡਸਟਰੀ ਨੂੰ ਬਿਲਕੁਲ ਵੀ ਧਿਆਨ ਦੇ ਵਿੱਚ ਨਹੀਂ ਰੱਖਿਆ ਗਿਆ। ਹਾਲਾਂਕਿ ਕਿਸਾਨਾਂ ਨੂੰ ਜ਼ਰੂਰ ਇਸ ਬਜਟ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਤੇ ਵੱਡੀਆਂ ਜਿਹੜੀਆਂ ਕਿ ਇੰਡਸਟਰੀਆਂ ਨੇ ਉਹਨਾਂ ਨੂੰ ਜ਼ਰੂਰ ਇਸ ਬਜਟ ਤੋਂ ਜਿਹੜਾ ਕਿ 2022 ਤੇ ਜਿਹੜਾ ਕਿ ਬਜਟ ਉਹਦੇ ਵਿੱਚ ਕਾਫੀ ਲਾਭ ਮਿਲੇਗਾ। ਪਰ ਜਿਹੜੀ ਕਿ ਛੋਟੀ ਇੰਡਸਟਰੀ ਹੈ, ਚਾਹੇ ਉਹ ਬਾਈਸਾਈਕਲ ਇੰਡਸਟਰੀ ਹੈ ਜਾਂ ਫਿਰ ਹੋਰ ਜਿਹੜੀਆਂ ਛੋਟੀਆਂ ਇੰਡਸਟਰੀਆਂ ਨੇ, ਉਹਨਾਂ ਨੂੰ ਇਸ ਬਜਟ ਦੇ ਵਿੱਚ ਕੋਈ ਵੀ ਜਿਹੜੀ ਕਿ ਰਾਹਤ ਉਹ ਨਜ਼ਰ ਨਹੀਂ ਆਈ। ਉਹਨਾਂ ਵੱਲੋਂ ਰਿਕੁਐਸਟ ਵੀ ਕੀਤੀ ਗਈ ਹੈ ਕਿ ਜਿਹੜੇ ਪੈਂਡੈਮਿਕ ਦੇ ਦੌਰਾਨ ਜਿਹੜੇ ਉਹਨਾਂ ਦੇ ਵੱਲੋਂ ਇੰਟਰਸਟ ਲਏ ਜਾ ਰਹੇ ਸੀਗੇ, ਘੱਟ ਇਹੀ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਅਸੀਂ ਮੰਗ ਕਰਦੇ ਰਹੇ ਕਿ ਸਾਨੂੰ ਹੋਰ ਕੁਝ ਨਾ ਸਹੀ, ਜਿਹੜੇ ਅਸੀਂ ਇੰਟਰਸਟ ਪੇ ਕਰ ਰਹੇ ਹਾਂ ਉਹ ਤੋਂ ਸਾਨੂੰ ਜ਼ਰੂਰ ਰਾਹਤ ਮਿਲੀ ਜਾਵੇ। ਪਰ ਫਿਰ ਵੀ ਦੇਸ਼ ਦੇ ਜਿਹੜੇ ਕਿ ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ, ਉਹਨਾਂ ਦੇ ਵੱਲੋਂ ਅੱਜ 2022 ਤੇ ਜਿਹੜਾ ਕਿ ਬਜਟ ਉਹ ਪੇਸ਼ ਕੀਤਾ ਗਿਆ, ਜਿਸ ਕਰਕੇ ਜਿਹੜੀ ਕਿ ਛੋਟੀ ਇੰਡਸਟਰੀ ਹੈ, ਸਮੋਲ ਇੰਡਸਟਰੀ ਹੈ, ਉਹ ਕਾਫੀ ਜ਼ਿਆਦਾ ਨਾਖੁਸ਼ ਹੈ ਨਜ਼ਰ ਆ ਰਹੀ ਹੈ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ਅਲੀਸ਼ਾ ਬੇਗਮ, ਨਾ ਕੋਈ ਚੁਣੌਤੀ ਨਾ ਕੋਈ ਇਨਾਮ, ਸਿਰਫ ਕੰਮ ਨੂੰ ਸਲਾਮ। ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ, ਪਿਆਰ ਵਿੱਚ ਧੋਖਾ, ਵਿਆਹ ਲਈ ਮਾਂ-ਬਾਪ ਦਾ ਨਾ ਮੰਨਣਾ, ਕੰਮ ਉਹੀ ਜੋ ਸਿਰ ਚੜ ਕੇ ਬੋਲੇ, ਇੱਧਰ ਉੱਧਰ ਨਾ ਭਟਕੋ, ਦੁਆ ਵੀ ਤਕਦੀਰ ਬਦਲ ਸਕਦੀ ਹੈ। ਸੋਚਣ ਨਾਲ ਨਹੀਂ, ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ। ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ। ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ ਹੈ। ਜੇ ਤੁਹਾਡੀ ਕਿਸਮਤ 'ਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਸੁਪਰ ਸਪੈਸ਼ਲਿਸਟ, ਪਤੀ ਅਤੇ ਪਤਨੀ ਵਿਚਕਾਰ ਦਰਾਰ, ਪ੍ਰੇਮ ਵਿਆਹ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਅਦਾਲਤੀ ਕੇਸ, ਤਲਾਕ ਦਾ ਕੇਸ, ਸੌਂਕਣ, ਦੁਸ਼ਮਣ ਤੋਂ ਛੁਟਕਾਰਾ ਪਾਓ, ਲੋਟਰੀ, ਸੱਟਾ ਨੰਬਰ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਬਿਮਾਰੀ 'ਚ ਦਵਾਈ ਦਾ ਨਾ ਲੱਗਣਾ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मा दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तुड़वाओ, रुस्से नूं मनाउणा। हुणे कॉल करो बाबा सलीम खान 98 199 37 467।